अस्सलाम वालेकुम वरहमतुल्लाहि वबरकातुहू। मेरे दोस्तों, मैं हूं आपका दोस्त निसार जवेद, हाजिर खिदमत हूं एनजे ड्रीम टीवी के प्लेटफॉर्म से। दोस्तों, गल्लां बड़ियां करन वालियां ने ते गल्लां बनदियां भी रोज़ ने, खबरां आंदियां भी रोज़ ने ते मुकदियां भी रोज़ ने। बड़ियां गल्लां ऐसियां ने ਜਿਹੜੀਆਂ ਅਸੀਂ ਇੱਥੇ ਕਰਨੇ ਆ, ਇੱਕ ਦਿਨ ਕਰਨੇ, 2 दिन करने, 3 दिन करने, फिर ਸਾਨੂੰ ਨਵੀਂ ਖਬਰ ਮਿਲ ਜਾਂਦੀ ਏ। ਅਸੀਂ ਖਿਡੌਣਿਆਂ ਤਰ੍ਹਾਂ ਉਹਦੇ ਨਾਲ ਖੇਡਣ ਲੱਗ ਪੈਂਦੇ ਆ ਤੇ ਪੁਰਾਣੀ ਖਬਰ ਕਿੰਨੀ ਵੱਡੀ ਹੁੰਦੀ, ਜਿੱਦਾਂ ਸਾਨੂੰ ਇੱਕ ਦਿਨ ਪਹਿਲੇ ਬੜਾ ਦੁੱਖ ਸੀ। ਸਾਡੀ ਜ਼ਿੰਦਗੀ ਸਭ ਤੋਂ ਵੱਡੀ ਗੱਲ ਹੀ ਉਹੀ ਸੀ, ਖਬਰ ਹੀ ਉਹੀ ਸੀ। ਅਸੀਂ ਉਹਨੂੰ ਚੁੱਕ ਕੇ ਪਰੇ ਮਾਰਨੇ ਆ। ਇਹ ਥੋੜ੍ਹੇ ਦਿਨ ਪਹਿਲੇ ਉਹ ਨਤਾਸ਼ਾ ਕੁੜੀ ਨੇ, ਤੁਹਾਡੇ ਸਾਹਮਣੇ ਦੇਖੋ, ਉਹ ਕੁਚਲਤੇ ਬੰਦੇ। ਇਹ ਥੋੜ੍ਹੇ ਦਿਨ ਪਹਿਲੇ ਗੱਡੀ ਲਾਹੌਰੋਂ ਨਿਕਲੀ, ਇਸਲਾਮਾਬਾਦ ਨੂੰ ਜਾ ਰਹੀ ਸੀ। ਮੋਟਰਵੇ ਤੇ ਨੇ ਬ੍ਰੇਕ ਲਾਈ, ਦੁੱਧ ਦੇ ਪੈਕਟ ਲਏ, ਉਹ ਦੁੱਧ ਦੇ ਕਹਿੰਦੇ ਜੂਸ ਦੇ ਪੈਕਟ ਲਏ। ਉਹ ਪੀਤੇ ਤੇ ਪੀ ਕੇ ਸਾਰੀ ਦੁਨੀਆ ਫਾਨੀ ਛੱਡ ਕੇ ਚਲੇ ਗਏ। ਸਾਡੇ ਕੋਲ ਖਬਰ ਆਈ, ਬੜਾ ਦੁੱਖ ਹੋਇਆ। ਵਿੱਚ ਬੱਚਾ ਵੀ ਸੀ 8 ਸਾਲ ਦਾ। ਹਾਲੀ ਬਹੁਤੇ ਦਿਨ ਨਹੀਂ ਹੋਏ, ਇਹ 2-4 ਦਿਨ ਹੋਏ ਨੇ ਤੇ ਅਸੀਂ ਉਹਨੂੰ ਪੁਲ ਭੁਲਾ ਕੇ ਅੱਗੇ ਨਿਕਲ ਗਏ ਆ। ਸਾਡੇ ਮੁਲਕ ਦੇ ਵਿੱਚ ਬੜੇ ਬੜੇ ਕੰਮ ਹੋਏ। ਐਸਾ ਕੰਮ ਵੀ ਹੋਏ ਕਿ ਸਾਨੂੰ ਤਕਰੀਰਾਂ ਦੇ ਵਿੱਚ ਬੜੀਆਂ ਬੜੀਆਂ ਗੱਲਾਂ ਸੁਣਾਈਆਂ ਗਈਆਂ। ਅਸੀਂ ਚੁੱਕੇ, ਸਾਡਾ ਮਿਸ਼ਨ ਕੀ ਹੈ? ਅਸੀਂ ਪਹਿਲੇ ਗੌਰ ਕਰੀਏ। ਅਸੀਂ ਪਾਕਿਸਤਾਨ ਨਾਲ ਪਿਆਰ ਕਰਨੇ ਆ, ਆਪਣੇ ਵਤਨ ਨਾਲ ਪਿਆਰ ਕਰਨੇ ਆ, ਵਤਨ ਦੇ ਹਰ ਅਦਾਰੇ ਨਾਲ ਪਿਆਰ ਕਰਨੇ ਆ। ਜੋ ਸਾਡਾ ਕੋਈ ਵੀ ਅਦਾਰਾ, ਉਹਦੇ 'ਚ ਕੋਈ ਬੰਦਾ ਗੱਦਾਰ ਸਾਨੂੰ ਨਜ਼ਰ ਆਉਂਦਾ ਹੈ, ਜਾਂ ਸਾਡੇ ਕਿਸੇ ਪਿਆਰ, ਜਿਹਨੂੰ ਅਸੀਂ ਜਿਸ ਅਦਾਰੇ ਨੂੰ ਪਿਆਰ ਕਰਦੇ ਹੋਈਏ, ਜਿਸ ਬੰਦੇ ਨੂੰ ਪਿਆਰ ਕਰਦੇ ਹੋਈਏ, ਉਹਦਾ ਸਾਨੂੰ ਪਤਾ ਚੱਲੇ ਨਾ ਕਿ ਬੰਦਾ ਚੰਗਾ ਨਹੀਂ ਗਾ, ਤੇ ਸਾਡਾ ਰਿਐਕਸ਼ਨ ਕੀ ਹੁੰਦਾ ਹੈ? ਅਸੀਂ ਪਹਿਲੇ ਤਾਂ ਸੁਣਨਾ ਨਹੀਂ ਚਾਹੁੰਦੇ, ਇਹ ਗੱਲ ਮੰਨਣਾ ਹੀ ਨਹੀਂ ਚਾਹੁੰਦੇ। ਜੇ ਅਗਰ ਅਸੀਂ ਸੁਣ ਕੇ ਮੰਨਣਾ ਪੈ ਜਾਵੇ, ਸਾਹਮਣੇ ਅੱਖਾਂ ਦੇ ਸਭ ਕੁਝ ਪਿਆ ਹੋਵੇ, ਫਿਰ ਅਸੀਂ ਕਹਿ ਦਿੰਦੇ ਹਾਂ ਕਿ ਯਾਰ ਗੱਲ ਇਸ ਤਰ੍ਹਾਂ ਹੀ ਹੈ ਕਿ ਸਾਰਾ ਦਾਰਾ ਇਸ ਤਰ੍ਹਾਂ ਨਹੀਂ ਗਾ। ਗੱਲ ਵੀ ਠੀਕ ਕਰਨੇ ਆ, ਅਸੀਂ ਫਿਰ ਵੀ ਸੁਣਨਾ ਨਹੀਂ ਚਾਹੁੰਦੇ। ਕਈ ਵਾਰੀ ਫਿਰ ਉਹ ਨਹੀਂ ਮੁੜਦੇ, ਉਸ ਅਦਾਰੇ ਦੇ ਵਿੱਚ ਲੋਕ, ਇੰਡੀਵਿਜੂਅਲ ਲੋਕ ਨਹੀਂ ਮੁੜਦੇ। ਫਿਰ ਸਾਨੂੰ ਖੁਦ ਵੀ ਉਹਨਾਂ ਦੇ ਬਾਰੇ ਬਕਵਾਸ ਕਰਨੀ ਪੈਂਦੀ ਹੈ। ਦੁੱਖ ਦੇ ਨਾਲ ਫਿਰ ਅਲਫਾਜ਼ ਸਾਡੇ ਮੂੰਹ ਵੀ ਨਿਕਲ ਜਾਂਦੇ ਨੇ, ਲੇਕਿਨ ਉਹ ਕੁਛ ਅਰਸੇ ਹੀ ਗੌਰ ਰੱਖਦੇ ਨੇ, ਕੁਛ ਅਰਸੇ ਉਹਦਾ ਧਿਆਨ ਰੱਖਦੇ ਨੇ। ਉਸ ਤੋਂ ਬਾਅਦ ਫਿਰ ਉਹ ਡਗਰ ਤੇ ਮਗਰ ਹੋ ਜਾਂਦੇ ਨੇ ਆਪਣੀ। ਇਹ ਪਾਕਿਸਤਾਨ, ਅਸੀਂ ਬੈਠ ਕੇ ਸੈਲਫੀਆਂ, ਅਸੀਂ ਸੈਲਫੀ ਵਾਲੇ ਲੋਕ ਆ। ਇਸ ਪਾਕਿਸਤਾਨ ਇੱਕ ਬੰਦਾ ਡਿੱਗ ਪੈਂਦਾ ਸੀ ਨਾ, ਤੇ ਉਹਨੂੰ ਚੁੱਕਣ ਵਾਸਤੇ ਹਜ਼ਾਰਾਂ ਬੰਦਾ ਜਮ੍ਹਾਂ ਜਾਂਦਾ ਸੀ। ਅੱਜ ਹਜ਼ਾਰਾਂ ਬੰਦਾ ਬਿਜ਼ੀ ਹੈ ਤੇ ਉਹ ਇੱਕ ਡਿੱਗ ਪਿਆ, ਉਹਦੀ ਸੈਲਫੀਆਂ ਤੇ ਉਹਦੀਆਂ ਵੀਡੀਓ ਬਣਾਉਣ ਵਾਸਤੇ ਬੜੇ ਬੰਦੇ ਆ ਚਲੇ ਗਏ ਨੇ, ਆਪਣੇ ਆਪਣੇ ਅਕਾਊਂਟ ਤੇ ਲਾਉਣ ਵਾਸਤੇ, ਉਹਨੂੰ ਬਚਾਉਣ ਵਾਸਤੇ ਨਹੀਂ। ਦੌਰ ਬੜਾ ਚੇਂਜ ਹੋ ਗਿਆ। ਤੁਹਾਨੂੰ ਯਾਦ ਹੈਗਾ, ਕੋਈ ਦੌਰ ਸੀ ਕਿ ਇਮਰਾਨ ਖਾਨ ਨੂੰ ਪੁੱਛਿਆ ਗਿਆ ਕਿਸੇ ਨੇ ਕਿ ਯਾਰ ਆਰਮੀ ਚੀਫ ਦੀ ਐਕਸਟੈਂਸ਼ਨ, ਇਹ ਬੜੀ ਪੁਰਾਣੀ ਗੱਲ ਹੈ, ਤੁਸੀਂ ਜਾ ਕੇ ਸਰਚ ਮਾਰ ਕੇ ਚੈੱਕ ਕਰ ਸਕਦੇ ਜੇ, ਇੱਕ ਜਗ੍ਹਾ ਤੇ ਨਹੀਂ। ਮੈਂ ਤਾਂ ਫਜ਼ੂਲ ਐਨੇ, ਮੈਂ ਕਿੰਨੇ ਕਲਿੱਪਾਂ ਦੇ ਲਾਵਾਂ, ਹਰ ਗੱਲ ਹੀ ਉਹਦੀ ਪੁੱਟੀ ਹੁੰਦੀ ਹੈ। ਤੇ ਤੁਸੀਂ ਕਹਿੰਦੇ ਰਾਮ ਨਾਲ, ਉਹਨੇ ਕਦੋਂ ਕਿਹਾ? ਨਹੀਂ, ਸਾਰਾ ਕੁਝ ਇੱਥੇ ਪਿਆ ਹੈ ਭਾਈ ਜੀ। ਉਹਦੇ ਚਾਹਣ ਵਾਲੇ ਰੌਲਾ ਪਾ ਦਿੰਦੇ ਨੇ, ਕਲੋਜੋ ਨੇ ਕਦੋਂ ਕਿਹਾ? ਸਾਨੂੰ ਸਬੂਤ ਦਿਓ। ਕਲਿੱਪ ਕੋਈ ਆਈ ਤਾਂ ਵਾਹ, ਜਾਣ ਕੇ ਨੂੰ ਪਤਾ ਹੁੰਦਾ ਕਿ ਵੀ ਗਿਆ, ਉਹ ਜਾਣ ਕੇ ਵੀ ਕਲਿੱਪ ਨੂੰ ਲੱਭੇਗਾ ਨਹੀਂ, ਗੱਲ ਖਤਮ ਹੋ ਜਾਏਗੀ, ਜਾਂ ਕਲਿੱਪ ਲੱਭ ਕੇ ਲਿਆਏਗਾ ਉਹਨੀ ਤਾਂ ਗੱਲ ਪੁਰਾਣੀ ਜਾਏਗੀ। ਇਹਨੇ ਤੁਹਾਡੇ ਸਾਹਮਣੇ ਗੱਲ ਕਹੀ ਸੀ ਕਿ ਜੀ ਜੰਗ ਵੀ ਲੱਗੀ ਹੋਵੇ ਨਾ, ਉਹਦੇ ਵਿੱਚ ਆਰਮੀ ਚੀਫ ਨੂੰ ਤਬਦੀਲ ਕਰਨ ਤੋਂ ਨਹੀਂ ਰੋਕਿਆ ਜਾਂਦਾ, ਉਹਦੀ ਐਕਸਟੈਂਸ਼ਨ ਨਹੀਂ ਲਾਈ ਦੀ, ਉਹਨੂੰ ਲਾਜ਼ਮੀ ਤਬਦੀਲ ਕਰ ਦਿੱਤਾ ਭਾਵੇਂ ਜੰਗ ਲੱਗੀ ਹੋਵੇ। ਇਹ ਫਿਕਰਾ, ਇਹ ਕੋਟ ਦਾ ਬੜਾ ਮਸ਼ਹੂਰ ਹੈ। ਤੁਹਾਨੂੰ ਮੈਂ ਉਹ ਬਹਾਨਾ, ਜਿਹੜਾ ਕਿ ਫੈਜ਼ ਮੀਦ ਦੀ ਜੋ ਗੱਲ ਆਈ ਸੀ ਨਾ, ਐਸੇ ਬੰਦੇ ਦੇ ਅੱਗੇ ਇਹਦੇ ਅੱਗੇ ਆਸਮ ਆਇਆ। ਕਿਹੜਾ ਆਸਮ ਭਲਾ? ਉਹ ਆਸਮ ਬਾਜਵਾ, ਜਿਹਨੇ 100 ਪਾਪਾ ਜਾਣ ਦੀਆਂ ਕੰਪਨੀਆਂ ਬਣਾ ਲਈਆਂ, ਸਭ ਇਹਦੇ ਕੋਲ ਆਇਆ ਅਸਤੀਫਾ, ਉਹਨੇ ਫਟਾਫਟ ਅਸਤੀਫਾ ਦਾ ਡਰਾਮਾ ਆਪਸ ਹੀ ਕਰਦੇ ਨੇ। ਇਹਨੇ ਦੂਸਰੇ ਨੇ ਵੇਖਿਆ ਜੀ ਇਨਵੈਸਟੀਗੇਸ਼ਨ ਏਜੰਸੀ ਵੀ ਆਪੇ ਹੀ ਹੈ, ਸਾਰਾ ਕੋਈ ਜੱਜ ਵੀ ਆਪੇ ਹੀ ਹੈ। ਉਹ ਹਰ ਪਾਕਿਸਤਾਨ ਦੇ ਹਰ ਮੁਕਾਮ ਤੇ ਟੌਪ ਤੇ ਜਾ ਕੇ ਬਹਿ ਗਿਆ, 1 ਮਿੰਟ ਦੇ ਜੀ ਮੈਂ ਚੈੱਕ ਕੀਤਾ ਅਸਤੀਫਾ ਮੈਂ ਮਨਜ਼ੂਰ ਨਹੀਂ ਕੀਤਾ ਆਸਮ ਬਾਜਵੇ ਦਾ। ਇਹ ਹੁਣ ਹਾਫਿਜ਼ ਸਾਹਿਬ ਮਾਸ਼ਾਅੱਲਾ ਬੜੇ ਬੜੇ ਅੱਛੇ ਕੰਮ ਕਰ ਰਹੇ ਨੇ। ਇਹਦੇ ਵਿੱਚੋਂ ਹੀ ਰੁਕ ਕੇ ਮੈਂ ਹਾਫਿਜ਼ ਸਾਹਿਬ ਨੂੰ ਇੱਕ ਰਿਕੁਐਸਟ ਕਰਨੀ ਚਾਹੁੰਦਾ। ਹਾਫਿਜ਼ ਸਾਹਿਬ, ਇਹ ਦੇਖੋ, ਇਹ ਸਾਡੇ ਸਲੂਟ ਨੇ ਤੁਹਾਨੂੰ ਕਿ ਤੁਸੀਂ ਕੰਮ ਬੜੇ ਅੱਛੇ ਕੀਤੇ ਨੇ, ਬਲਕਿ ਸਲੂਟ ਜਿਹੜਾ ਨਾ ਉਹ ਤਾਰ ਫਸੀ ਸੀ ਇੰਝ। ਹਾਫਿਜ਼ ਸਾਹਿਬ, ਇੱਕ ਸਾਨੂੰ ਬੰਦਾ TV ਤੇ ਬੈਠ ਕੇ ਦੱਸਦਾ ਸੀ 2018 ਤਬਦੀਲੀ ਦਾ ਸਾਲ ਹੈ, ਬੜੀ ਬੜੀ ਬਕਵਾਸ ਕਰਦਾ ਹੁੰਦਾ ਸੀ ਇੱਥੇ ਬੈਠ ਕੇ TV ਤੇ। ਉਹ ਰਿਜੈਕਟਡ ਵਾਲਾ ਗਫੂਰਾ ਮਸੀਹ, ਉਹਦੀ ਸ਼ਕਲ ਹੀ ਮਸੀਹ ਆ ਰਹੀ ਹੈ, ਯਕੀਨ ਕਰੋ। ਉਹਨੂੰ ਉਹ ਬਹੁਤ ਬੰਦਾ, ਇੱਕ ਮੁਸ਼ਰਫ, 2-4 ਹੋਰ ਬੰਦੇ, ਇਹਨਾਂ ਦੇ ਪਿੰਡਾਂ ਦੇ ਕਸਮੇ ਵਰਦੀ ਨਹੀਂ ਕਦੀ ਸਜੀ, ਪਾਕਿਸਤਾਨ ਦੀ ਪਾਕ ਫੌਜ ਦੀ ਪਾਕ ਵਰਦੀ ਕਦੀ ਇਹਨਾਂ ਦੇ ਨਪਾਕ ਜਿਸਮਾਂ ਤੇ ਸਜੀ ਨਹੀਂ ਜੇ।
ਹੁਣ ਅਸੀਂ ਇਹ ਕੋਰਟ ਮਾਰਸ਼ਲ ਕਰ ਰਹੇ ਹਾਂ, ਫਿਰ ਇੱਕ ਨਸਲ ਸਾਡੀ 5 ਸਾਲ ਬਾਅਦ ਜਵਾਨ ਹੋ ਜਾਏਗੀ, ਫਿਰ ਅਸੀਂ ਗਫੂਰੇ ਨੂੰ ਫੜ ਲਾਂਗੇ। ਅਸੀਂ ਕਿਉਂ ਨਹੀਂ ਇੱਕ ਵਾਰੀ ਇਹਦੇ ਚੋਂ, ਜਦੋਂ ਅਸੀਂ ਵਾਸ਼ਿੰਗ ਮਸ਼ੀਨ ਕੱਪੜੇ ਪਾਉਣੇ ਆ, ਇਹ ਦਾਗ ਜਰਾਸੀਮ ਪਸੀਨਾ ਸਾਰੇ ਇਕੱਠੇ ਹੀ ਧੁਲਦੇ ਨੇ। ਇਹ ਨਹੀਂ ਹੁੰਦਾ ਕਿ ਵੀ ਹੁਣ ਦਾਗ ਲੱਥ ਜਾਣ ਇਕੱਲੇ, ਫਿਰ ਪਸੀਨੇ ਦੀ ਬੋਝ ਚਲੀ ਜਾਵੇ, ਫਿਰ ਫਲਾਣਾ। ਇਸ ਤਰ੍ਹਾਂ ਨਹੀਂ ਚੱਲਦਾ। ਇਹ ਸਾਰੇ ਚੁੱਕ ਕੇ ਇਕੱਠੇ ਸੁੱਟਣੇ ਪੈਣਗੇ। ਛੱਡੋ, ਹੁਣ ਗੱਲਾਂ ਤਾਂ ਅਸੀਂ ਕਰਨੇ ਹੀ ਪਏ ਆ, ਗੱਲਾਂ ਤਾਂ ਅਸੀਂ ਕਰਦੇ ਰਹਿਣਾ। ਹੁਣ ਤੁਹਾਨੂੰ ਮੈਂ ਕਲਿੱਪ ਵਿਖਾਉਣਾ ਜਿੱਥੇ ਫੈਜ਼ ਮੀਤ ਦਾ ਜਦੋਂ ਤਬਾਦਲਾ ਹੋਇਆ ਸੀ ਨਾ ਜੀ, ਤੇ ਇਮਰਾਨ ਖਾਨ ਨੂੰ ਕਿੱਡੀ ਅੱਗ ਲੱਗੀ ਸੀ, ਤੇ ਕਿਸ ਤਰ੍ਹਾਂ ਭਾਂਬੜ ਨਿਕਲੇ ਸੀ, ਉਹ ਜ਼ਰਾ ਚੈੱਕ ਕਰੋ। कि हमारा जो इंटेलिजेंस चीफ चेंज हो, जब तक ये सर्दियां न निकले। मैंने तो अपनी कैबिनेट में, मैं तो ये ओपनली कहा था, ये छुपी बात नहीं है, मैं ओपनली कह रहा था कि जब मुश्किल वक्त है तो आप अपना मेन जो आपका इंटेलिजेंस चीफ है उसको चेंज नहीं करते। ਤੁਸੀਂ ਸੁਣ ਲਿਆ ਕਿ ਉਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਜਦਕਿ ਆਰਮੀ ਚੀਫ ਨੂੰ ਕਰ ਸਕਦੇ ਆ, ਜੰਗ ਵੀ ਲੱਗੀ ਹੋਵੇ, ਕਿਉਂ ਉਹਦਾ ਉਸੂਲ ਹੈ ਤੇ ਇਹਦਾ ਸਾਨੂੰ ਫਾਇਦਾ। ਤੇ ਹੁਣ ਕਹਿੰਦੇ ਨੇ ਜੀ ਮੈਨੂੰ ਜਾਣਦਾ ਹੀ ਨਹੀਂ ਇੱਕ ਦੂਸਰੇ ਨੂੰ। ਹੁਣ ਫੈਜ਼ ਮੀਤ ਤਾਂ ਸਾਰੇ ਅਟਕ ਕੇ ਬਚ ਕੇ ਲੰਘਦੇ ਫਿਰਦੇ ਨੇ, ਸਾਰੇ ਡਰ ਕੇ ਲੰਘਦੇ ਫਿਰਦੇ ਨੇ ਕਿ ਜੀ ਫੈਜ਼ ਮੀਤ ਜਿਹੜਾ ਨਾ ਉਹ ਇਹ ਵੀ ਕਰਦਾ ਸੀ, ਇਹ ਵੀ ਕਰਦਾ। ਸਾਰਿਆਂ ਨੂੰ ਯਾਦ ਆਇਆ ਪਿਆ। ਇੱਕ ਹੋਰ ਬੰਦੇ ਨੂੰ ਕੋਈ ਗੱਲ ਯਾਦ ਆਈ ਹੈ, ਉਦੋਂ ਕੋਈ ਨਹੀਂ ਸੀ ਬੋਲਦਾ। ਪਰ ਮੈਂ ਇਸ ਬੰਦੇ ਦੇ ਖਿਲਾਫ ਨਹੀਂ ਗੱਲ ਕਰਨ ਲੱਗਾ, ਤੁਹਾਨੂੰ ਦੱਸਣ ਲੱਗਾ ਕਿ ਕਾਫੀ ਲੋਕਾਂ ਨੂੰ ਕਾਫੀ ਗੱਲਾਂ ਯਾਦ ਆ ਰਹੀਆਂ ਨੇ। ਹੁਣ ਮੀਰ ਸ਼ਕੀਲ ਰਹਿਮਾਨ ਤੁਹਾਨੂੰ ਪਤਾ ਚੁੱਕ ਕੇ ਅੰਦਰ ਕਿੱਥੇ ਰੱਖਿਆ ਇਮਰਾਨ ਖਾਨ ਆਪਣੇ ਦਿਲ ਦੀ ਤਸਕੀਨ ਵਾਸਤੇ, ਬਦਲਾ ਲਾਉਣ ਵਾਸਤੇ। ਮੈਂ ਹੁਣ ਪ੍ਰਾਈਮ ਮਿਨਿਸਟਰ ਬਣ ਗਿਆ, ਤੇਰੀ ਐਸੀ ਤੈਸੀ। ਇਕੱਠੇ ਫੰਡ ਦੇ ਵੀ ਪੈਸੇ ਇਕੱਠੇ ਕਰਦੇ ਨੇ, ਸਲਾਬ ਫੰਡ ਵੀ, ਖਾ ਪੀ ਕੇ ਦੋਵੇਂ ਇਕੱਠੇ ਰਲ ਕੇ ਸਾਰੀ ਜ਼ਿੰਦਗੀ ਇਕੱਠੇ ਰਹੇ, ਸਾਰੇ ਗੇਮਾਂ ਗੁੰਮਾਂ ਇਕੱਠੇ ਪਾਉਂਦੇ ਰਹੇ। ਤੇ ਉਹ ਲੈਣ ਦੇਣ ਦੇ ਤੁਹਾਨੂੰ ਪਤਾ ਝਗੜੇ ਹੁੰਦੇ ਨੇ ਡਾਕੂਆਂ ਦੇ। ਡਾਕੂ ਜਿਹੜਾ ਵੀ ਹੋਏਗਾ ਨਾ, ਉਹਦਾ ਲੈਣ ਦੇਣ ਤੇ ਝਗੜਾ ਜ਼ਰੂਰ ਹੀ ਪਏਗਾ। ਝਗੜੇ ਇਹਨਾਂ ਨੂੰ ਚੁੱਕਣ ਨੂੰ ਅੰਦਰ ਕਰ ਲਿਆ। ਇੱਕ ਛੋਟਾ ਜਿਹਾ ਬੰਦਾ, ਤੁਸੀਂ ਜਾਣਦੇ ਜੇ, ਇਹਦੀ ਗੱਲ ਵੀ ਸੁਣ ਲਵੋ। ਇਹ ਵੀ ਉਦੋਂ ਦਾ ਰੌਲਾ ਪਾ ਰਿਹਾ ਕਿ ਜੀ ਉਦੋਂ ਬੜਾ ਫੱਡਾ ਪੈ ਗਿਆ ਸੀ, ਤਬਾਹੀ मच गई सी। गल्लां सारियां सुननी चाहिए ने। ऐ सुनो कि मैं कहता जी, मैंने जिंदगी भर में मीर शकील रहमान को इतना अपसेट नहीं देखा था। अच्छा। कि वो टेलीफोन पे जब उनको बताया गया मैनेजमेंट के लोगों ने कि हमारी मुलाकात हुई है इनसे, ये फैज उम्मीदन पार्टी से और इन लोगों से, और उस वक्त आसफ गफूर साहब भी थे ना, आसफ गफूर साहब भी थे, ठीक है, टेरर थे। तो इनसे मुलाकात हुई है और ये मुतालबा कर रहे हैं। क्या मुतालबा क्या था? मुतालबा ये था कि आप नवाज शरीफ को चोर कहें, ये मुतालबा था। ये अल्फाज भी ये जी आप नवाज शरीफ को चोर कहें, अच्छा, ठीक है। दूसरा मुतालबा क्या था? मुतालबा उनका ये था कि आपने इमरान खान को उठाना है। तीसरा मुतालबा ये था कि आपने अदलिया के किसी फैसले के ऊपर या अदलिया के किसी रिमार्क्स के ऊपर तनकीद नहीं करनी। और चौथा मुतालबा ये था कि ये जो 3 4 5 बंदे हैं आपके, उनको आप निकाल दें या इनके मुंह बंद करें। जी तो दोस्तों, ये तो पुरानी बातें हैं, क्या होता रहा है ये तो सबको पता है। अब होना क्या, ये सोचने की बात है। कोई कह रहा है कि जी वो तरीके पर वो जज जो है तब्दील हो जाएंगे, कोई कहता है जजों की छुट्टी हो जाएगी, कोई कुछ कहता है कुछ होता है। दुआ ये करनी चाहिए, उम्मीद भी यही है कि ये जो जजेस हैं, दागी जजेस, किसी भी सूरत में दागी हों, वो हमारे मुल्क पे मुसलत ना हो। एज ए चीफ जस्टिस, एज ए जज, जो फौजी अपने किरदार में ठीक नहीं है, उनको फौरी तौर पे इसमें से, इस गेम से निकाल देना चाहिए। जो हर जगह पे जिनका नाम बोल रहा है उनको निकाल देना चाहिए। पाकिस्तान को अगर बचाने के लिए हम कोशिश कर रहे हैं सारे मिलके, अगर असी सारे रल के लगे हैं पाकिस्तान बचाने वास्ते, तो फिर रल के असी इकट्ठे काम करिए। एड़े पहले तबाह कर चुके हैं, इन्होंने साइड ते रहन दईए। लिहाजा उम्मीद बड़ी है कि जो जस्टिस है शाह, उन्होंने तो बच जावांगे। उन्होंने बल्कि कैफे किरदार तक पहुँचाना चाहिए। उस जज ने तफसीली फैसला नहीं लिखा, अगर लिखा भी तो आइन तो कानून तो हट के लिखा, तो असी अपने मुल्क को आइन तो कानून तो बगैर चलाना बंद कर दईए। इसे एक लकीर मार लीए कि इस लकीर तो नहीं टप्पना चाहिए। यूथी नहीं कहते साडी रैड लाइन है, उन्होंने बंदा उन्होंने रैड लाइन है। साडा मुल्क साडे वास्ते रैड लाइन नहीं, साडा दीन साडे वास्ते रैड लाइन नहीं, साडे अपने इज्जत नफ्स साडे वास्ते रैड लाइन नहीं की। तैयारियां करो, दुआवां मंगो, ते अपने हर उस बंदे नूं सपोर्ट करो जिहड़ा तुहाडे पाकिस्तान की गल करदा है, जिहड़ा तुहाडे आइन की गल करदा है, जिहड़े तुहाडे कुरान की गल करदा है। जिहड़ा साडा आइन इहदे विच लिखिआ है कि भी कुरान दे मुनाफी, कुरान दे अपोजिट कदी कोई चीज़ नहीं लिखी जाएगी। तो असी इहदे नाल ही खलोते हैं, इहदे नाल ही खलोते रहना, भावें जो मर्जी होवे। दुआवां मैनूं याद रखना,
ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਵੀ ਰਹੇ ਹੋ ਤੇ ਇੰਝ ਹੀ ਕਰਦੇ ਵੀ ਰਹਿਣਾ, ਸਪੋਰਟ ਕਰ ਵੀ ਰਹੇ ਹੋ ਤੇ ਸਪੋਰਟ ਕਰਦੇ ਰਹਿਣਾ। ਮੈਂ ਬੜਾ ਖੁਸ਼ ਹਾਂ, ਗੱਪਸ਼ਪ ਹੁੰਦੀ ਰਹੇਗੀ। ਹੁਣ ਮੈਨੂੰ ਇਜਾਜ਼ਤ ਦਿਓ, ਮੈਂ ਹੋਰ ਟੋਟੇ ਲੱਭ ਕੇ ਲਿਆਉਣਾ ਤੁਹਾਡੇ ਵਾਸਤੇ। ਇਹ ਕਹਿੰਦੇ ਪਏ ਨੇ ਕਾਫੀ ਸਾਰੇ, ਹੋਰ ਬਣਾਉਣੇ ਆ, ਹੋਰ ਟੋਟੇ ਵੀ ਲੱਭ ਕੇ ਲਿਆਵਾਂਗਾ। ਅਸੀਂ ਇੱਥੇ ਗੱਲਾਂ ਪਤਾ ਵੀ ਕਰਾਂਗੇ ਤੇ ਗੱਪਸ਼ਪ ਚੱਲਦੀ ਰਿਹਾ ਕਰੇਗੀ। ਤੁਸੀਂ ਮੈਨੂੰ ਦੋਵੇਂ ਯਾਦ ਰੱਖੋ, ਮੈਂ ਤੁਹਾਨੂੰ ਦੋਵੇਂ ਯਾਦ ਰੱਖਾਂਗਾ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅੱਲਾ ਹਾਫਿਜ਼।